पिछले दिनों के विच बहुत वड्डी एक डिबेट है जिहड़ी वख-वख चैनल्स ते वख-वख पेपर्स जां सारे समाज दे विच जिहड़ा एक कानून आया है मिनिस्ट्री ऑफ लॉ एंड जस्टिस जिहड़ी 2019 दे विच पार्लीमेंट ने पास किया है, कांग्रेस पार्टी ने विरोध किया सी, खास तौर पर द अनलॉफुल एक्टिविटीज़ प्रिवेंशन अमेंडमेंट 2019 जिहड़ी NDA की गवर्नमेंट है जिहड़ी लैके आई, वो मेरे भी ये गल क्यों ध्यान च आई जदों एक कानून क्योंकि मैं गल्लां सारियां सुनिया हुई सी ते नाल दी नाल पंजाब दे विच रेफरेंडम 2020 की गल चल रही सी भी असीं ये शुरू करनी आ, इहदी इलैक्शन जिहड़ी वोटां बनाउणियां शुरू करनी आ। उधरों जथेदार साहब ने ये अपील करती तो वो सारियां गल्लां क्लब हो गई नाल रल गईयां ते मेरे सामने तो हुणी गल आई जदों असलीयत जिहड़ी मैं गल लगातार कह रहा सी भी बच जो भी ये कानून एडा वड्डा सख्त कानून आ जिहड़ा सेंट्रल गवर्नमेंट ने बनाया, इहदे विच पंजाबी ना फसन क्योंकि बाहले कानूनां दे अगे चक्करां दे विच एक दौर सी काला जिहदे विच पंजाबी पीसे, चाहे वो कैसा माहौल सी, मैं उहदी गल नहीं करनी चाहुंदा, पर हुण बच जाण। मैं बड़ियां बेनतियां कीतियां, बड़ियां हाथ जोड़ के सारे मीडिया मूहरे बेनतियां कीतियां क्योंकि मैं ये कानून पढ़िया सी भी ਇਹਦੇ ਨਾਲ ਕੀ ਤਕਲੀਫਾਂ नौजवानों ਨੂੰ आ ਸਕਦੀਆਂ ਹੈ ਤੇ ਉਹਦੇ ਵਿੱਚ ਜਥੇਦਾਰ ਜੀ ਨੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਅੱਗ 'ਚ ਘਿਓ ਵਾਲਾ ਕੰਮ ਆ ਜਿਹੜਾ ਉਹ ਜਥੇਦਾਰ ਜੀ ਨੇ ਕੰਮ ਕੀਤਾ। ਹੁਣ ਇਹ ਮੇਰੇ ਮੂਹਰੇ ਗੱਲ ਆ 12 ਤਰੀਕ ਨੂੰ ਜਦੋਂ ਮੰਡਿਆਣੀ ਪਿੰਡ ਦੇ ਵਿੱਚ ਇੱਕ ਨੌਜਵਾਨ ਨੇ ਖਾਲਿਸਤਾਨ ਦੇ ਨਾਅਰੇ ਲਾਏ ਤੇ ਮੇਰਾ ਜਿਹੜਾ ਨਾਂ ਦਾ ਉੱਥੇ ਪਿੰਡ ਵਾਲਿਆਂ ਨੇ ਨਹੀਂ ਪੱਥਰ ਲਾਇਆ, ਮੈਂ ਨਹੀਂ ਲਾਇਆ, ਮੈਂ ਤਾਂ ਪੈਸੇ MP ਲੈਂਡ ਦੇ ਜਿਹੜੇ ਹੁੰਦੇ ਆ ਉਹ ਦਿੱਤੇ ਸੀ ਤੇ ਉਹ ਗਲੀਆਂ ਨਾਲੀਆਂ ਬਣਾਈਆਂ ਤੇ ਉਹ ਖਾਲਿਸਤਾਨ ਦੇ ਉੱਥੇ ਨਾਰੇ ਮਾਰ ਕੇ ਤੇ ਉਹ ਮੇਰਾ ਨਾਂ ਦਾ ਨੀਂਹ ਪੱਥਰ ਵੀ ਅਸੀਂ ਬਿੱਟੂ ਨੂੰ ਦੇਖਾਂਗੇ ਜਦੋਂ ਵੀ ਉਰੇ ਆਊਗਾ। ਚਲੋ ਜਦੋਂ ਮੈਨੂੰ ਗੱਲ ਪਤਾ ਲੱਗੀ ਮੈਂ ਕਿਹਾ ਵੀ ਉਹ ਪੁਲਿਸ ਤੇ ਕੰਪਲੇਂਟ ਕਰਤੀ ਪੰਚਾਇਤ ਨੇ, ਸਾਰਿਆਂ ਨੇ ਪੁਲਿਸ ਲੈ ਗਈ ਤੇ ਮੈਂ ਜਦੋਂ ਗੱਲ ਕੀਤੀ SSP ਸਾਹਿਬ ਨਾਲ DSP ਸਾਹਿਬ ਨਾਲ ਕਿਉਂਕਿ ਮੈਨੂੰ ਵੀ ਇਹ ਕਾਨੂੰਨ ਦਾ ਪਤਾ ਸੀ ਤੇ ਉਸ ਵੇਲੇ ਇੱਕਦਮ ਵੀ ਇਹਦੀ ਜ਼ਿੰਦਗੀ ਖਰਾਬ ਹੋ ਜਾਏਗੀ, ਐਸੀ ਕੋਈ ਗੱਲ ਨਾ ਹੋਵੇ। ਉਹਨੂੰ ਪੰਚਾਇਤ ਨੂੰ ਵੀ ਕਿਹਾ ਵੀ ਉਹਦੇ ਭਾਈ ਉਹਨੂੰ ਛੁਡਾ ਕੇ ਲਿਆਓ ਤੇ ਇਹਨਾਂ ਨੂੰ ਵੀ ਕਿਹਾ ਵੀ ਐਸੀ ਗੱਲ ਕੋਈ ਵੀ ਪੁਲਿਸ ਇਸ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਇਹਦੇ ਤਹਿਤ ਜੇ ਤੁਸੀਂ ਇਹ ਗੱਲ ਕਰਤੀ ਤੇ NIA ਤੱਕ ਤੁਹਾਨੂੰ ਇਹ ਗੱਲ ਪਹੁੰਚਾਉਣੀ ਪਊਗੀ, NIA ਫਿਰ ਇਹਨੂੰ ਇਨਵੈਸਟੀਗੇਟ ਕਰੇਗੀ, ਬੜਾ ਮੁਸ਼ਕਲ 'ਚ ਇਹ ਨੌਜਵਾਨ ਫਸ ਜਾਏਗਾ। ਅਸੀਂ ਤਾਂ ਇਹ ਚੀਜ਼ਾਂ ਚੱਲਦੇ ਹਾਂ, ਰੋਜ਼ ਮਰਨ ਮਰਾਉਣ ਵਾਲਾ ਕੰਮ ਚੱਲਦਾ ਹੈ। ਪਹਿਲਾਂ ਵੀ ਇਹ ਦੇਖਿਆ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਨਾਲ ਅਸੀਂ ਕਿਸ ਤਰੀਕੇ ਨਾਲ ਹਾਲਾਤ ਉਹ ਦਿਨ ਕੱਢੇ ਆ ਤੇ ਹੁਣ ਵੀ ਸਾਨੂੰ ਇਹ ਪਤਾ ਹੈ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਨਾਲ ਇਹਨਾਂ ਨੂੰ ਕਿਵੇਂ ਇਸ ਦੇਸ਼ ਚੋਂ ਭਜਾਉਣਾ ਹੈ ਤੇ ਕਿਵੇਂ ਇਹਨਾਂ ਨਾਲ ਟਾਈਮ ਕੱਢਣਾ ਉਹ ਆਉਂਦਾ ਸਾਨੂੰ ਚੰਗੀ ਤਰ੍ਹਾਂ। ਇਸ ਕਰਕੇ ਉਹ ਨਜਿੱਠ ਲਾਂਗੇ ਇਹਨਾਂ ਨਾਲ ਜਿਹੜੀ ਲੜਾਈ ਹੋਏਗੀ। ਪਰ ਮੈਂ ਆਹ ਦੋ ਚਾਰ ਗੱਲਾਂ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ, ਮੀਡੀਆ ਦੇ ਵੀ ਮੂਹਰੇ, ਕਿਉਂਕਿ ਬਹੁਤ ਮੈਂ ਕੋਈ ਲਾਇਰ ਜਾਂ ਵਕੀਲ ਤਾਂ ਨਹੀਂ ਗਾ, ਪਰ ਇਹ ਜਦੋਂ ਪਹਿਲਾ ਕਾਨੂੰਨ ਜਦੋਂ ਬਣਿਆ 1967 'ਚ ਬਣਿਆ, ਉਦੋਂ ਬਾਅਦ ਇਹ 'ਚ ਅਮੈਂਡਮੈਂਟਸ ਹੁੰਦੀਆਂ ਰਹੀਆਂ, 2004 'ਚ ਹੋਈ, 2008 'ਚ ਹੋਈਆਂ, 2012 'ਚ ਹੋਈਆਂ, ਉਹ ਛੋਟੀਆਂ ਅਮੈਂਡਮੈਂਟਸ ਸੀ ਜਿਹੜੀਆਂ ਹੁੰਦੀਆਂ ਰਹੀਆਂ। ਪਰ ਜਿਹੜੀ ਆਹ 'ਚ ਹੁਣ ਵੱਡੀ ਅਮੈਂਡਮੈਂਟ ਜਿਹੜੀ ਹੋਈ ਹੈ ਇਹ 'ਚ ਦੋ ਚੀਜ਼ਾਂ ਸਭ ਤੋਂ ਖਤਰਨਾਕ ਨੇ। ਪਹਿਲੀ ਗੱਲ ਇਹਦੇ ਵਿੱਚ ਇਹ ਹੈ ਵੀ ਸਾਰਾ ਕੰਟਰੋਲ ਆ ਜਿਹੜਾ ਉਹ ਜਿਹੜੀ 2008 'ਚ NIA ਬਣੀ ਉਹਦੇ ਕੋਲ ਸਾਰੇ ਪੁਲਿਸ ਦੇ ਫੈਡਰਲ ਸਿਸਟਮ ਤੇ ਵੀ ਇੱਕ ਬਹੁਤ ਵੱਡਾ ਇੱਕ ਖੈਰ ਅਟੈਕ ਆ ਜੇ ਦੇਖਿਆ ਜਾਵੇ। ਨਹੀਂ ਕੋਈ ਵੀ ਕੇਸ ਹੈ ਟੈਰਰਿਜ਼ਮ ਦਾ ਜਿਹਦਾ ਵੀ ਉਹ ਸਟੇਟਸ ਦੇਖਦੀਆਂ ਸੀ। ਇਹਦੇ ਨਾਲ ਕੀ ਹੋਇਆ, ਜਿਹੜਾ ਵੀ ਇਹ ਕੇਸ ਆ ਇਹ 'ਚ 2019 ਦੇ 'ਚ NIA ਕੇਸ ਦੇਖੇਗੀ, ਮਤਲਬ ਸੈਂਟਰ ਹੋਮ ਮਿਨਿਸਟਰੀ ਦੇਖੇਗੀ। ਉਦੋਂ ਬਾਅਦ ਇੱਕ ਸਾਫ਼ ਇਹ ਤੇ ਜਿਹੜੀ ਸਭ ਤੋਂ ਅੱਗੇ ਖਤਰਨਾਕ ਗੱਲ ਆ, ਅੱਗੇ ਆਰਗੇਨਾਈਜੇਸ਼ਨ ਉਹਦੇ ਉੱਤੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੀ, ਪਰ ਇਹਦੇ ਵਿੱਚ ਕੱਲਾ ਇੱਕ ਬੰਦਾ ਵੀ ਉਹਨੂੰ ਵੀ ਟਰਾਇਲ ਚੱਲਣ ਤੋਂ ਪਹਿਲਾਂ ਹੀ ਉਹਨੂੰ ਟੈਰਰਿਸਟ ਐਲਾਨਿਆ ਜਾ ਸਕਦਾ, ਕੋਸ਼ਿਸ਼ ਕੀਤਾ ਜਾ ਸਕਦਾ। ਜਦੋਂ ਕਿਸੇ ਨੂੰ ਟੈਰਰਿਸਟ ਐਲਾਨ ਤੱਕ ਕੱਲੇ ਬੰਦੇ ਨੂੰ ਤੇ ਤੁਸੀਂ ਆਪਣੇ ਆਪ ਹਾਲਾਤ ਲਾ ਲਓ ਵੀ ਉਹਦੇ ਹਾਲਾਤ, ਉਹਦੇ ਪਰਿਵਾਰ ਦੇ, ਉਹਦੇ ਬੱਚਿਆਂ ਦੇ ਹਾਲਾਤ ਕੀ ਹੋਣਗੇ ਜਿਹਦੇ ਨਾਂ ਪਹਿਲੇ ਦਿਨੋਂ ਹੀ NIA ਨੇ ਟੈਰਰਿਸਟ ਉਹਦੇ ਕਲੰਕ ਲਾਉਣ ਤੇ ਲਾਤਾ। ਉਹ ਬਹੁਤ ਛੋਟੀਆਂ ਗੱਲਾਂ ਨਾਲ ਵੀ ਹੋ ਸਕਦਾ, ਇਹ ਨਹੀਂ ਜ਼ਰੂਰੀ। ਇਹਦੇ ਵਿੱਚ ਕਾਨੂੰਨ ਦੇ ਵਿੱਚ ਇਹ ਨਹੀਂ ਵੀ ਜੇ ਉਹਨੇ ਕੋਈ ਟੈਰਰਿਸਟ ਅਟੈਕ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਿਆ ਹੋਵੇ, ਨਹੀਂ। ਜੇ ਉਹ ਕਿਸੇ ਨੂੰ ਇਹਦੇ ਵਿੱਚ ਪੈਸੇ ਲੈਣ ਦੇਣ ਕਰ ਰਹੇ ਆ, ਜੇ ਉਹ ਪ੍ਰੋਪੇਗੈਂਡਾ ਕੋਈ ਲਿਖਤੀ ਇਸ਼ਤਿਹਾਰ ਲਿਖ ਰਿਹਾ ਜਾਂ ਕੋਈ ਕਿਤਾਬ ਲਿਖ ਰਿਹਾ, ਜਾਂ ਉਹ ਆਪਣੇ
ਫੋਨ ਤੇ ਵੀ ਜੇ WhatsApp ਮੈਸੇਜ ਕਰਦਾ ਜਾਂ ਕਿਸੇ ਨੂੰ ਟੈਰਰਿਜ਼ਮ ਗਰੁੱਪ ਨੂੰ ਪ੍ਰਮੋਟ ਕਰਦਾ, ਉਹਨੂੰ ਵੀ ਟੈਰਰਿਸਟ ਜਿਹੜਾ ਇਸ NIA ਜਿਹੜਾ ਨਵਾਂ ਇਹ 2019 ਦਾ ਕਾਨੂੰਨ ਆਇਆ ਹੈ ਅਮੈਂਡਮੈਂਟ, ਉਹਦੇ ਨਾਲ ਉਹ ਟੈਰਰਿਸਟ ਉਹਨੂੰ ਸਰਕਾਰ ਐਲਾਨ ਸਕਦੀ ਹੈ, ਘੋਸ਼ਿਤ ਕਰ ਸਕਦੀ ਹੈ। ਉਸ ਤੋਂ ਬਾਅਦ ਇਹ ਦੇਖੋ, ਇਹਦੇ ਵਿੱਚ ਅੱਗੇ 3 ਚੀਜ਼ਾਂ ਦਾ ਸਭ ਤੋਂ ਸਾਡੇ ਫੈਡਰਲ ਸਿਸਟਮ ਤੇ ਬਹੁਤ ਵੱਡੀ ਚੋਟ ਆ ਜਿਹੜੀ ਉਹ ਵੱਜੀ ਆ। ਜੇ ਆਪਾਂ ਦੇਖੀਏ ਇਸ ਅਮੈਂਡਮੈਂਟ 'ਚ ਆਰਟੀਕਲ 14 'ਚ ਰਾਈਟ ਟੂ ਇਕੁਐਲਿਟੀ, ਇਹਦੇ ਨਾਲ ਉੱਚ ਸੱਟ ਵੱਜੀ। ਉਦੋਂ ਬਾਅਦ ਤੁਸੀਂ ਸਾਡੀ 19 ਰਾਈਟ ਟੂ ਫ੍ਰੀ ਸਪੀਚ, ਉਹਦੇ ਉੱਤੇ ਚੋਟ ਕੀਤੀ ਆ। ਤੀਜੀ ਗੱਲ ਆ ਜਿਹੜੀ ਇਹ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਤਾਂ ਹੈ ਹੀ ਹੈ, ਉਦੋਂ ਬਾਅਦ ਜਿਹੜੀ 21 ਧਾਰਾ ਹੈ ਉਹਦੇ ਵਿੱਚ ਰਾਈਟ ਟੂ ਲਾਈਫ ਆ ਜਿਹੜੀ, ਉਹ ਕਨਸਟੀਟਿਊਸ਼ਨ ਨੇ ਸਾਨੂੰ ਜਿਹੜੀਆਂ ਤਾਕਤਾਂ ਦਿੱਤੀਆਂ, ਇਹ ਕਾਨੂੰਨ ਦੇ ਨਾਲ ਉਹ ਕਿਤੇ ਨਾ ਕਿਤੇ ਸਾਤੋਂ ਖੋਈਆਂ ਗਈਆਂ। ਇਹ ਐਡਾ ਵੱਡਾ ਜਿਹੜਾ ਇਸ ਕਾਨੂੰਨ ਨਾਲ, ਕਾਲਾ ਕਾਨੂੰਨ ਆ ਜਿਹੜਾ ਇਹ ਲਿਆਂਦਾ ਹੈ। ਦੇਖੋ ਇਹ 'ਚ ਇੱਕ ਗੱਲ ਹੋਰ ਵੀ ਆ, ਜਿਹੜਾ ਇੱਕ ਵਾਰ ਇਹਦੇ ਉੱਤੇ ਹਜੇ ਕੋਈ ਕਲੀਅਰ ਕਾਨੂੰਨ ਨਹੀਂ ਵੀ ਕੇਸ ਕਿਸ ਤਰੀਕੇ ਨਾਲ ਲੜਿਆ ਜਾਣਾ ਹੈ, ਕੋਈ ਉਹ 'ਚ ਡਿਫਾਈਨ ਨਹੀਂ ਕੀਤਾ ਗਿਆ। ਇੱਕ ਸਿੱਧਾ ਆਰੋਪ ਲੱਗ ਗਿਆ ਤੇ ਮੁੜ ਕੇ ਉਹਦੀ ਬੇਲ ਨਹੀਂ ਹੋਣੀ। ਬਹੁਤ ਔਖੀ ਹੈ ਉਹਦੀ ਬੇਲ ਜਿਹੜੀ ਹੋਣੀ ਆ, ਉਹ ਕਿਤੇ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਜਾ ਕੇ ਤੱਕ ਉਹਦੀ ਬੇਲ ਹੋਊਗੀ। ਇਹ ਗੱਲਾਂ ਮੈਂ ਕਿਉਂ ਕਰ ਰਿਹਾ ਵੀ ਰੱਬ ਦੇ ਵਾਸਤੇ ਇਸ ਗੱਲਾਂ ਤੋਂ ਬਚ ਜਾਓ। ਪਿਛਲੇ ਜਿਹੜੇ 16 ਕੇਸ ਦੱਸ ਰਹੇ ਹੋ, ਇੱਕ NIA ਨੇ ਸੱਦਿਆ ਸੰਗਰੂਰ ਤੋਂ, ਉਹ ਸੁਸਾਈਡ ਕਰ ਗਿਆ ਨੌਜਵਾਨ, ਇੱਕ ਗਰੀਬ ਪਰਿਵਾਰ ਦਾ, ਉਹਨੇ ਵੀ ਕੋਈ ਐਸਾ ਜਿਹੜਾ ਇਹਨੂੰ ਕਿਤੇ ਨਾ ਕਿਤੇ ਜਿਹੜੀ 2020 ਦੀ ਮੁਹਿੰਮ ਚੱਲ ਰਹੀ ਆ, ਉਹਦੇ ਵਿੱਚ ਉਹਨੇ ਕੋਈ ਆਪਣਾ ਯੋਗਦਾਨ ਚਾਹੇ ਕੰਪਿਊਟਰ ਤੋਂ ਕਲਿੱਕ ਕਰਤਾ ਹੋਊਗਾ, ਚਾਹੇ ਕੁਛ ਕਰਤਾ ਹੋਊਗਾ। ਜੇ ਇੱਕ ਗੱਲ ਹੋਰ ਵੀ ਆ, ਮੈਂ ਕਹਿੰਦਾ ਜੇ ਇਹ 2 ਚੀਜ਼ਾਂ ਹੈ, ਸਭ ਤੋਂ ਪਹਿਲਾਂ ਤਾਂ DSP ਲੈਵਲ ਆਫੀਸਰ, ਜੇ ਸਟੇਟ ਦੇ ਵਿੱਚ ਕੋਈ ਇੰਸਪੈਕਟਰ ASI ਜਾਂ ਹੋਰ ਕੋਈ ਕੇਸ ਦਰਜ ਨਹੀਂ ਕਰ ਸਕਦਾ, ਜਿਹੜੀ 2 ਚੰਗੀਆਂ ਗੱਲਾਂ ਵੀ ਨੇ। DSP ਲੈਵਲ ਦਾ ਆਫੀਸਰ ਆ ਜਿਹੜਾ, ਉਹ ਹੀ ਇਹਨੂੰ ਕੇਸ ਦਰਜ ਕਰੂਗਾ। ਉਦੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਉਹ ਕੇਸ ਆ ਜਿਹੜਾ, ਜੇ ਸਿੱਧੀ ਰੇਡ ਨਹੀਂ ਕੀਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ, ਚੰਗਾ ਹੈ ਜੇ ਪੰਜਾਬ ਹੀ ਕਰਕੇ ਪੰਜਾਬੀਆਂ ਨੂੰ ਪਤਾ ਹੈ, ਪੁਲਿਸ ਨੂੰ ਵੀ ਪਤਾ ਵੀ ਇਹਨਾਂ ਨਾਲ ਮੈਂ ਕਿਵੇਂ ਵਰਤਾਅ ਕਰਨਾ, ਜੇ ਪੰਜਾਬ ਤੱਕ ਹੀ ਰਹਿ ਜੇ ਪੰਜਾਬ ਪਹਿਲਾਂ ਹੀ ਉਹਨਾਂ ਨੂੰ ਦੱਬ ਲਵੇ, ਇਹ ਚੰਗੀ ਗੱਲ ਹੈ, ਇਹਨੂੰ ਮਾੜੀ ਨਾ ਸਮਝੋ, ਕਿਉਂਕਿ ਪੰਜਾਬ ਵਾਲਿਆਂ ਨੂੰ ਪਤਾ ਹੈ ਵੀ ਕਿਸ ਤਰੀਕੇ ਦਾ ਸਾਡਾ ਮਾਹੌਲ ਆ। ਜੇ ਉਹ ਕੇਸ ਦਰਜ ਕਰ ਵੀ ਦਿੰਦੇ ਆ, ਉਹ NIA ਤੋਂ ਬਚਾ ਰਹੇ ਇੱਕ ਤਰੀਕੇ ਨਾਲ। ਫਿਰ ਪੰਜਾਬ ਪੁਲਿਸ ਆ ਜਿਹੜੀ, ਉਹ NIA ਨੂੰ ਉਹ ਭੇਜੇਗੀ ਤੇ NIA ਦਾ DGP ਇਹ ਫੈਸਲਾ ਕਰੇਗਾ ਵੀ ਇਹ ਕੇਸ ਅਸੀਂ ਆਪਣੇ ਕੋਲ ਲੈਣਾ ਹੈ ਜਾਂ ਸਟੇਟ ਦੀ ਪੁਲਿਸ ਜਾਂ ਪੰਜਾਬ ਪੁਲਿਸ ਆ ਜਿਹੜੀ ਇਹ ਕੇਸ ਨੂੰ ਦੇਖੇਗੀ। ਕਿਸੇ ਹੱਦ ਤੱਕ ਜੇ ਪੰਜਾਬ ਪੁਲਿਸ ਇਸ ਚੀਜ਼ ਨੂੰ ਪਹਿਲਾਂ ਕੇਸ ਨੂੰ ਲੈ ਲੈਂਦੀ ਆ, ਦੇਖ ਲੈਂਦੀ ਆ, ਤਾਂ ਬਹੁਤ ਵੱਡਾ ਬਚਾਅ ਹੈ ਜਿਹੜਾ ਉਹ ਫਿਰ ਵੀ ਹੋ ਸਕਦਾ। ਜੇ NIA ਬਾਹਰਲੀ ਸਟੇਟ ਤੋਂ ਕੋਈ ਆ ਕੇ ਸਿੱਧੀ ਜਿਹੜੀ ਕਿ ਉਹਨਾਂ ਕੋਲ ਤਾਕਤ ਆ, ਸਿੱਧਾ ਉਹ ਕੇਸ ਦਰਜ ਕਰਕੇ ਚੱਕ ਕੇ ਲੈ ਕੇ ਜਾ ਸਕਦੇ ਆ, ਤੇ ਉਹ ਉਦੋਂ ਵੀ ਖਤਰਨਾਕ ਆ। ਤੇ ਬਾਕੀ ਸਟੇਟਾਂ ਦੇ ਨੂੰ ਇਹ ਮਾਹੌਲ ਨਹੀਂ ਪਤਾ ਹੁੰਦਾ ਦੂਜੀ ਸਟੇਟ ਦਾ ਵੀ ਕੀ ਹਾਲਾਤ ਨੇ ਉੱਥੇ। ਤੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ, ਦੇਖੋ ਇਹਦੇ ਵਿੱਚ ਜੇ ਤੁਸੀਂ ਅੱਗੇ ਕਿਸੇ ਜਾ ਕੇ ਕੋਈ ਵੀ ਇੰਡੀਵਿਜੂਅਲ ਨੇ, ਜੇ ਤੁਸੀਂ ਕਿਸੇ ਨੇ ਅਪੀਲ ਕਰਨੀ ਹੈ, ਅਪੀਲ ਵੀ ਕਰਨੀ, ਆਪ ਦੀ ਕਮੇਟੀ ਹੋਮ ਕਮੇਟੀ ਦੀ ਬਣਾਈ ਹੋਈ ਆ, ਆਪਣੀ ਮਰਜ਼ੀ ਨਾਲ ਉਹਨਾਂ ਨੇ 3 ਮੈਂਬਰ ਕਮੇਟੀ ਆ, ਚਾਹੇ ਉਹ 'ਚ ਕੋਈ ਵੀ ਸਾਬਕਾ ਜੱਜ ਲੈ ਲੈਣਗੇ, ਕੋਈ DGP ਸਾਬਕਾ ਲੈ ਲੈਣਗੇ, ਉਹ ਅਪੀਲ ਜਿਹੜੀ ਆ ਉਹ 3 ਮੈਂਬਰ ਕਮੇਟੀ ਜਿਹੜੀ ਹੋਮ ਮਿਨਿਸਟਰੀ ਦੀ ਬਣਾਈ ਹੋਣੀ ਆ, ਉਹਦੇ ਕੋਲ ਤੁਹਾਡੀ ਅਪੀਲ ਜਾਣੀ ਆ, ਉੱਥੇ ਵੀ ਸੁਣਵਾਈ ਹੋਣੀ ਬੜੀ ਜਿਹੜੀ ਔਖੀ ਆ। ਜਿਹੜੀ ਮੇਰਾ ਗੱਲ ਕਹਿਣ ਦਾ ਮਕਸਦ ਇਹ ਆ ਵੀ ਇਹ ਬਹੁਤ ਔਖੇ ਕੰਮ ਨੇ ਜਿਹੜੇ ਕਾਨੂੰਨ, ਸਖਤ ਕਾਨੂੰਨ ਨੇ। ਇੱਕ ਦੇ ਮੰਨੂ ਉਹਨਾਂ ਦੀਆਂ ਗੱਲਾਂ 'ਚ ਆ ਕੇ ਆਪਾਂ ਰੱਬ ਦੇ ਵਾਸਤੇ ਇਹ ਗੱਲਾਂ ਤੋਂ ਬਚੀਏ। ਤੇ ਜੇ ਮੈਂ ਕਹਾਂ ਅੱਗੇ ਇਹ 'ਚ ਕੋਈ ਸ਼ੱਕ ਨਹੀਂ, ਜਿਹੜੀ NIA ਸੀ ਅੱਗੇ ਉਹ ਵੱਡੇ ਕੰਮਾਂ ਦੇ ਵਿੱਚ ਕੋਈ ਜੇ ਜਾਲੀ ਨੋਟ ਬਣ ਰਹੇ ਆ, ਜਾਲੀ ਵੈਪਨ ਬਣ ਰਹੇ ਆ, ਇਹਨਾਂ ਦੇ ਵਿੱਚ ਉਹ ਅੱਗੇ ਧਿਆਨ ਰੱਖਦੀ ਸੀ। ਪਰ NIA ਨੂੰ ਇੰਨੀਆਂ ਜ਼ਿਆਦਾ ਪਾਵਰਾਂ ਦੇ ਦਿੱਤੀਆਂ ਜਦੋਂ ਇਹ ਬਣੀ ਸੀ, ਉਦੋਂ ਇਹ ਗੱਲਾਂ ਨਹੀਂ ਸੀ, ਪਰ ਇਹਨੂੰ ਹੁਣ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਜਿਹੜਾ ਇਹ NIA ਨੂੰ ਕੀਤਾ ਹੈ। ਤੇ ਮੇਰਾ ਦੁਬਾਰਾ ਕਹਿਣਾ, ਉਦੋਂ ਬਾਅਦ ਇੱਕ DIG ਲੈਵਲ ਦਾ ਆਫੀਸਰ ਦੇਖੇਗਾ, ਇਹ ਕਦੇ ਵੀ ਇਸ ਕਾਨੂੰਨ 'ਚ ਤੁਹਾਡੀ ਸਾਰੀ ਪ੍ਰਾਪਰਟੀ ਤੁਹਾਡੀ ਜ਼ਬਤ ਹੋ ਸਕਦੀ ਹੈ, ਸਾਰੇ ਬੈਂਕ ਨੇ ਜਿਹੜੇ ਤੁਹਾਡੇ ਸੀਜ਼ ਹੋ ਸਕਦੇ ਆ, ਕੁਝ ਨਹੀਂ ਬਚਣਾ ਹੈ। ਪਰ ਉਹਨੂੰ ਕਰੇਗਾ ਇੱਕ DIG ਲੈਵਲ ਦਾ ਆਫੀਸਰ ਕਰੇਗਾ। ਤੇ ਮੇਰਾ ਕਹਿਣ ਦਾ ਦੁਬਾਰਾ ਇਹ ਸੀ ਵੀ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕਰੀਏ ਵੀ ਇਹ ਬੜਾ ਸਖਤ ਕਾਨੂੰਨ ਆ, ਇਹ ਜਿਵੇਂ ਮਰਜ਼ੀ ਆ, ਕਾਂਗਰਸ ਨੇ ਵਿਰੋਧ ਕੀਤਾ,
क्योंकि उन्होंने कोल ताकत बहुत है इस वेले। NDA ਦੇ ਕੋਲ ਉਹ ਪਾਸ ਹੋ ਗਿਆ, ਉਹਨੂੰ ਕੋਈ ਹਟਾ ਨਹੀਂ ਸਕਦਾ ਹੁਣ। ਪਰ ਆਪਾਂ ਜ਼ਰੂਰ ਇਸ ਕੰਮ 'ਚ ਫਸਣਾ ਹੈ। ਆਪਾਂ ਇਸ ਗੱਲ 'ਚ ਕਿਵੇਂ ਕੋਈ ਆਮ ਨੂੰ ਨਹੀਂ ਕਿਸੇ ਨੂੰ ਕੋਈ ਫੜ ਲੈਂਦਾ ਜੀ, ਕਿਸੇ ਆਪ ਤੇ ਕੋਈ ਹੱਥ ਕਿਉਂ ਨਹੀਂ ਪਾ ਲੈਂਦਾ। ਗੱਲ ਜੇ ਕਿਸੇ ਮਾੜਾ ਮੋਟਾ ਵੀ, ਜਿਵੇਂ ਮੈਂ ਕਿਹਾ ਵੀ ਇਸ ਕਾਨੂੰਨ 'ਚ ਜੇ ਕਿਸੇ ਨੇ ਆਪਣੇ ਮੋਬਾਈਲ WhatsApp ਤੇ ਵੀ ਕੋਈ ਕਾਲ ਕਰਤੀ ਜਾਂ ਉਹ ਜਿਹੜਾ ਆਰਗੇਨਾਈਜੇਸ਼ਨ ਆ ਟੈਰਰਿਸਟ ਜਿਵੇਂ 2020 ਵਾਲਿਆ, ਸਿੱਖ ਫॉर ਜਸਟਿਸ ਵਾਲਿਆ, ਉਹਨੂੰ ਲਾਈਕ ਵੀ ਕਰਤਾ, ਕਿਉਂਕਿ ਇਹ ਬਹੁਤ ਵੱਡਾ, ਤੁਸੀਂ ਨਹੀਂ ਇਹ ਸਮਝ ਸਕਦੇ ਵੀ ਇਹ ਜਿਹੜਾ ਮੋਬਾਈਲ 'ਚ ਤੁਸੀਂ ਸੋਚਦੇ ਹੋ, ਇਹ ਬੜੀਆਂ ਵੱਡੀਆਂ ਜਿਹੜੀਆਂ ਏਜੰਸੀਜ਼ ਬੈਠੀਆਂ ਨੇ, ਉਹਨਾਂ ਕੋਲ ਮਿੰਟੋ ਮਿੰਟ ਜਿਹੜੀ ਇਹ ਗੱਲ ਪਹੁੰਚਦੀ ਹੈ ਤੇ ਮੁੜ ਕੇ ਉਹ ਕੇਸ ਜੇ ਪੰਜਾਬ ਪੁਲਿਸ ਨਹੀਂ ਕਰੇਗੀ ਜਾ ਕੇ NIA ਸਿੱਧੀ ਆ ਕੇ ਚੱਕ ਲੇਗੀ। ਉਹਨਾਂ ਦਾ ਦਫ਼ਤਰ ਚੰਡੀਗੜ੍ਹ ਬੜੈਲ ਜੇਲ੍ਹ 'ਚ ਬਣਿਆ ਹੋਇਆ ਹੈ। ਪਰ ਇਹ ਕਈ ਗੱਲਾਂ ਹੁੰਦੀਆਂ ਵੀ ਨੇ, ਹੋਣੀਆਂ ਵੀ ਚਾਹੀਦੀਆਂ। ਨਹੀਂ ਅੱਜ ਤੱਕ ਬੜੇ ਬੜੇ ਕਾਤਲ ਨੇ ਜਿਹੜੇ ਉਹ ਆਪਾਂ ਕਹਿ ਤਾਂ ਦਿੰਨੇ ਆ ਹੁਣ ਇੱਕ ਬਹੁਤ ਵੱਡਾ ਟੈਰਰਿਸਟ ਨਾ, ਇੱਕ ਜਿਹੜਾ ਬਹੁਤ ਵੱਡਾ ਜਿਹੜਾ UP ਦੇ ਵਿੱਚ ਇੱਕ ਗੈਂਗਸਟਰ ਆ ਜਿਹੜਾ ਉਹ ਇਨਕਾਊਂਟਰ 'ਚ ਮਾਰਿਆ ਗਿਆ। ਜੇ ਇਹਨਾਂ ਨੇ ਮੈਂ ਇਹਨੂੰ ਡਿਫੈਂਡ ਨਹੀਂ ਕਰਦਾ, ਪਰ ਜੇ ਉਹ ਨਹੀਂ ਮਾਰੇ ਵੀ ਜਾਂਦੇ ਫਿਰ ਉਹ ਜੇਲ੍ਹਾਂ 'ਚ ਬਹਿ ਕੇ ਕਿਤੇ ਨਾ ਕਿਤੇ ਕਾਨੂੰਨ ਆ ਜਿਹੜਾ ਉਹਨੂੰ ਵੀ ਤੇਜ਼ ਚੱਲਣਾ ਚਾਹੀਦਾ। ਨਹੀਂ ਉਹ ਜੇਲ੍ਹਾਂ 'ਚ ਬਹਿ ਕੇ ਫਿਰ ਆਪਰੇਟ ਕਰਦੇ ਆ, ਉੱਥੋਂ ਬਹਿ ਕਤਲ ਫਰੌਤੀਆਂ, ਉੱਥੋਂ ਬੱਚਿਆਂ ਨੂੰ ਕਿਡਨੈਪ ਕਰਾਉਂਦੇ ਆ। ਇੱਕ ਪਾਸੇ ਆਪਾਂ ਉਹ ਗੱਲ ਵੀ ਦੇਖੀਏ, ਜੇ ਕਾਨੂੰਨ ਸਖਤ ਨਹੀਂ ਬਣਦਾ ਤੇ ਫਿਰ ਇਹ ਆਜ਼ਾਦ ਰਹਿੰਦੇ ਆ। ਜੇ ਹੁਣ ਕਾਨੂੰਨ ਸਖਤ ਬਣ ਗਿਆ ਤਾਂ ਉਹਦੇ ਵਿੱਚ ਜਿਹੜੇ ਕਈ ਨੇ ਆਮ ਲੋਕ ਨੇ ਜਿਹੜੇ ਜਿਨ੍ਹਾਂ ਨੇ ਛੋਟੀ ਜੀ ਗੱਲ ਕੀਤੀ ਹੁੰਦੀ ਹੈ, ਕਿਸੇ ਨੇ ਕੋਈ ਪੈਸਾ ਦੇਤਾ, ਕਿਸੇ ਨੇ ਕੋਈ ਉਹ ਲਿਟਰੇਚਰ ਅੱਗੇ ਬਣਤਾ, ਹੁਣ ਉਹ ਵੀ ਇਹ 'ਚ ਫਸ ਰਹੇ ਆ। ਇਹ ਵਿਸ਼ਾ ਬੜਾ ਵੱਡਾ ਡਿਬੇਟ ਦਾ ਹੈ, ਪਰ ਆਪਾਂ ਪੰਜਾਬ ਵਾਲੇ ਇਸ ਗੱਲ ਤੋਂ ਬਚੀਏ। ਪਰ ਬਹੁਤ ਲੋਕਾਂ ਨੇ ਸਾਥ ਦਿੱਤਾ ਹੈ, ਕਿਸੇ ਵੀ ਚਾਹੇ ਪੰਜਾਬ 'ਚ, ਹਰਿਆਣੇ 'ਚ, ਦਿੱਲੀ 'ਚ ਇੱਕ ਵੀ ਬੰਦਾ ਕੋਈ ਅਰਦਾਸ ਕਰ ਨਹੀਂ ਗਿਆ ਰੈਫਰੈਂਡਮ 2020 ਲਈ। ਹੁਣ ਜੰਮੂ ਕਸ਼ਮੀਰ ਦਾ ਦਿਨ ਰੱਖਤਾ ਵੀ ਉੱਥੇ ਵੋਟਾਂ ਸ਼ੁਰੂ ਹੋਣਗੀਆਂ। ਮਤਲਬ ਇਹ ਬੰਦੇ ਨੂੰ ਇਹਨੂੰ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਤੰਗ ਕਰਵਾਉਣ ਦਾ, ਪਰੇਸ਼ਾਨ ਕਰਨ ਦਾ ਇਹਨੂੰ ਕਿਤੇ ਨਾ ਕਿਤੇ ਸਵਾਦ ਪੈ ਗਿਆ। ਪਰ ਉਹਨੂੰ ਕੁਝ ਗੱਲ ਨਹੀਂ, ਉਹ ਬਾਹਰ ਬੈਠਾ ਕਰੀ ਜਾਵੇ। ਪਰ ਜਥੇਦਾਰ ਸਾਹਿਬ ਤੁਸੀਂ ਆਪ ਕਾਨੂੰਨ ਪੜ੍ਹ ਲਿਓ, ਕਾਪੀ ਮੈਂ ਭੇਜ ਦੂੰਗਾ ਤੁਹਾਡੇ ਕੋਲ। ਜਿਹੜਾ ਕਾਨੂੰਨ ਬਣ ਗਿਆ ਇਹ ਕਹਿ ਕੇ ਗੱਲ ਨਹੀਂ ਬਣਨੀ ਵੀ ਇਹ ਮਿਨੋਰਟੀਜ਼ ਨੂੰ ਤੰਗ ਕਰ ਰਹੇ ਆ, SCs ਨੂੰ ਤੰਗ ਕਰ ਰਹੇ ਆ ਜਾਂ ਹੋਰ ਕਿਸੇ ਨੂੰ ਤੰਗ ਕਰ ਰਹੇ ਆ। ਇਹ ਕਾਨੂੰਨ ਬਣ ਗਿਆ, ਇਹ ਦੇਖੀਏ ਵੀ ਆਪਾਂ ਬਚਣਾ ਕਿਵੇਂ ਆ, ਇਸ ਚੋਂ ਫਸਣਾ ਨਹੀਂ ਗਾ, ਇਹ ਚੋਂ ਨਿਕਲਣਾ ਕਿਵੇਂ ਆ। ਤੁਹਾਨੂੰ ਮੇਰੀ ਫੇਰ ਅਪੀਲ ਆ, ਮੈਂ ਰੋਜ਼ ਕਰਦਾ, ਰੱਬ ਦੇ ਵਾਸਤੇ ਤੁਸੀਂ ਇਹ ਗੱਲ ਵਾਪਸ ਲਓ ਵੀ ਕੋਈ ਵੀ ਸਿੱਖ, ਹਿੰਦੂ, ਮੁਸਲਮਾਨ, SC, ਗਰੀਬ, ਅਮੀਰ, ਕੋਈ ਵੀ ਖਾਲਿਸਤਾਨ ਦੀ 2020 ਦੀ ਗੱਲ ਨਾ ਕਰੇ। ਇਸ ਦੇਸ਼ ਦੇ ਵਿੱਚ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਆ, ਤੁਸੀਂ ਰਾਸ਼ਟਰਪਤੀ ਨੂੰ ਮਿਲੋ, ਪ੍ਰਾਈਮ ਮਿਨਿਸਟਰ ਨੂੰ ਮਿਲੋ, ਜਿਹੜੀ ਵੀ ਕੋਈ ਕਮੀਆਂ ਉਹ ਸਾਰੀਆਂ ਪਾਰਟੀਆਂ ਨੂੰ ਇਕੱਠੇ ਲੈ ਕੇ ਪੰਜਾਬ ਦਿਆਂ ਨੂੰ ਉਹਨਾਂ ਨੂੰ ਤੁਸੀਂ ਲੀਡ ਕਰੋ, ਜਾਓ। ਇਹ ਬਹੁਤ, ਪਰ ਇੱਕ ਗੱਲ ਹੈ ਜਥੇਦਾਰ ਸਾਹਿਬ, ਇਹ ਵੀ ਸਮਝ ਲਓ ਤੁਸੀਂ ਬਚ ਨਹੀਂ ਸਕਦੇ। ਸਭ ਤੋਂ ਵੱਧ ਬੇਅਦਬੀਆਂ ਕਿਹਦੇ ਥੱਲੇ ਹੋਈਆਂ? ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ, ਤੁਸੀਂ ਉਹ SGPC ਦੇ ਪ੍ਰਧਾਨ, ਤੁਹਾਡੇ ਥੱਲੇ ਨੇ। ਜੇ ਰੋਜ਼ ਖਬਰਾਂ ਆਉਂਦੀਆਂ ਵੀ ਸਾਡੀ ਬੀੜ ਸਾਹਿਬ ਨਾਲ, ਸਾਡੇ ਗੁਰਦੁਆਰਿਆਂ 'ਚ, ਇਹ ਤੁਹਾਡੇ ਥੱਲੇ ਹੋ ਰਹੀਆਂ ਇਹ ਸਭ ਤੋਂ ਵੱਧ ਬੇਅਦਬੀਆਂ। ਇਹ ਇਲਜ਼ਾਮ ਵੀ ਤੁਹਾਡੇ ਤੇ ਆ, ਇਹ ਕਿਸੇ ਹੋਰ ਤੇ ਨਹੀਂ ਗਾ। ਇਹ ਬੇਅਦਬੀਆਂ ਕਰਾਉਣ ਵਾਲੇ ਤੁਸੀਂ ਉਹ ਅੱਜ ਤੱਕ ਪਹਿਲਾਂ ਕਿਉਂ ਨਾ ਹੋ ਗਈਆਂ? ਕਿੱਥੇ ਗਏ ਹੋਏ ਨੇ ਤੁਹਾਡੇ ਬੰਦੇ ਜੀ? ਕਿਉਂ ਇਹ ਹੋ ਰਹੀਆਂ? ਡੇਰਾਵਾਦ ਵਧਿਆ, ਉਹ ਤੁਸੀਂ ਕਦੇ ਉਹ 'ਚ ਤੁਸੀਂ ਕਦੇ ਕੋਈ ਕਾਮਯਾਬੀ ਨਹੀਂ ਪ੍ਰਾਪਤ ਕਰ ਸਕੇ। ਇਲਜ਼ਾਮ ਤੁਸੀਂ ਲਾ ਦਿੰਦੇ ਹੋ, ਪਰ ਤੁਸੀਂ ਇਹ ਨਹੀਂ ਦੇਖਣਾ ਵੀ ਸਿੱਖਾਂ ਨੂੰ ਇਹ ਗੱਲਾਂ ਨਾਲ ਆਪਣੇ ਨਾਲ ਜੋੜਨਾ ਕਿਵੇਂ ਆ। ਉਹਦੇ ਵੱਲ ਧਿਆਨ ਦਿਓ, ਨਾ ਕਿ ਜਿਹੜੇ ਬਾਹਰ ਬੈਠੇ ਆ ਤੁਹਾਡੇ ਆਕਾ, ਤੁਸੀਂ ਉਹਨਾਂ ਵੱਲ ਨੂੰ ਚੱਲੇ ਹੋ। ਇਹ ਬਾਦਲ ਸਾਹਿਬ ਬਾਰ-ਬਾਰ ਉਹਨਾਂ ਨੇ ਤਾਂ ਕਾਨੂੰਨ ਪਾਸ ਕੀਤਾ। ਇਹ ਹਰਸਿਮਰਤ ਜੀ ਬੈਠੇ, ਸੁਖਵੀਰ ਵੀ, ਦੋਨੋਂ ਜਾਣੇ ਸੀ ਬੈਠੇ, ਘਰ ਲਈ ਉਹਨਾਂ ਨੇ ਇਸ ਕਾਨੂੰਨ ਨੂੰ ਉੱਥੇ ਪਾਸ ਕੀਤਾ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ ਜਥੇਦਾਰ ਸਾਹਿਬ? ਰੋਜ਼ ਹਫ਼ਤੇ ਬਾਅਦ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ, ਉੱਥੇ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਗੱਲ ਕਰਦੇ ਵੀ ਆ ਕਾਨੂੰਨ ਬਾਰੇ ਜਿਹੜਾ ਇਹ ਪੰਜਾਬ 'ਚ ਤਬਾਹ ਕਰ ਰਿਹਾ ਹੈ ਨੌਜਵਾਨਾਂ ਨੂੰ, ਇਹ ਕਾਨੂੰਨ ਬਾਰੇ ਇੱਥੇ ਕਿਉਂ ਨਹੀਂ ਵਿਰੋਧ ਕਰਨਾ? ਪਾਰਲੀਮੈਂਟ ਚੱਲੂ ਸਤੰਬਰ ਦੇ ਵਿੱਚ, ਉਹਨੂੰ ਕਿਉਂ ਵਿਰੋਧ ਕਰਨਗੇ ਆ ਕੇ? ਤੇ ਇਸ ਕਰਕੇ ਇਸ ਦਾ ਮੈਂ ਸਮਝਦਾ ਕਿਤੇ ਨਾ ਕਿਤੇ ਬੜਾ ਸੀਰੀਅਸ ਇਹਦਾ ਤੁਹਾਨੂੰ ਸੋਚਣਾ ਚਾਹੀਦਾ ਹੈ। ਬਾਕੀ ਪਾਰਟੀ ਆਪਣੀਆਂ ਸਭ ਡਿਬੇਟ ਕਰਨਗੀਆਂ, ਆਪਣੀ ਲਾਈਨ ਲੈਣਗੀਆਂ, ਪਰ ਆਪਾਂ ਆਪਣੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ। ਇਹ ਚੀਜ਼ਾਂ ਤੋਂ, ਇਹਨਾਂ ਤੋਂ ਬਚੀਏ। ਇਹ ਕਾਨੂੰਨ ਆਪਾਂ ਆਪਣੇ ਤੇ ਲਾਗੂ ਨਹੀਂ ਕਰਵਾਉਣੇ, ਆਪਾਂ ਆਪਣੇ ਪੰਜਾਬੀਆਂ ਤੇ ਲਾਗੂ ਨਹੀਂ ਕਰਵਾਉਣੇ। ਹੁਣ ਟੈਰਰਿਸਟਾਂ ਤੇ ਕਿਸੇ ਤੇ ਲਾਗੂ ਹੋਣ, ਪਰ ਇਸ ਵੇਲੇ ਸ਼ਾਂਤੀ ਆ, ਉਹਨੂੰ ਨਾ ਖਰਾਬ ਕਰੀਏ। ਮੈਂ ਤੁਹਾਨੂੰ ਬਾਰ-ਬਾਰ ਇਹ ਤੁਹਾਡੇ ਹੱਥਾਂ ਚਰਨਾਂ 'ਚ ਬੇਨਤੀ ਕਰਦਾ ਹੈ, ਇਹਨੂੰ ਹਜੇ ਵੀ ਮੌਕਾ ਹੈ। ਇਹ ਕਾਲੇ ਕਾਨੂੰਨ ਨੂੰ ਆਪਾਂ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਕਿਤੇ ਨਾ ਲੱਗਣ ਦਈਏ। ਸਾਰੇ ਪੋਲੀਟੀਕਲ ਪਾਰਟੀਆਂ ਇਕੱਠੇ ਹੋ ਕੇ ਅਪੀਲ ਕਰੋ ਨੌਜਵਾਨਾਂ ਨੂੰ ਕਿ ਇਸ ਚੀਜ਼ ਤੋਂ ਬਚੋ। ਜਿਹੜੇ ਵੀ ਕੇਸ ਹੋਏ ਆ ਠੀਕ ਆ,
ਉਹਨਾਂ ਨੂੰ ਚੰਗੇ ਮੈਂ ਸਮਝਦਾ ਨੌਜਵਾਨਾਂ ਨੂੰ ਦੁਬਾਰਾ ਨਾਲ ਜੋੜਿਆ ਜਾ ਸਕਦਾ। ਸਾਰੇ ਉਹਨਾਂ ਨੂੰ ਚੰਗੇ ਵਕੀਲ ਕਰਕੇ ਦਿਓ, ਸਾਰੇ ਉਹਨਾਂ ਦੀ ਮਦਦ ਕਰਨੀ ਤੇ ਇਸ ਤਰੀਕੇ ਨਾਲ ਕੱਢੋ ਕਿ ਆਪਾਂ ਨੂੰ ਕੱਢੀਏ ਇਸ ਨੂੰ। ਤੇ ਪਰ ਭਾਈ ਨੌਜਵਾਨ ਨੇ ਜਿਹੜਾ ਆਪਾਂ ਪੱਥਰ ਤੋੜ ਕੇ ਜਾਂ ਨੀਂਹ ਪੱਥਰ ਤੋੜ ਕੇ ਇਹ ਖਾਲਿਸਤਾਨ ਦੀ ਗੱਲ ਇਹਨਾਂ ਨਾਲ ਪੱਥਰ ਤੋੜ ਕੇ ਇਹਨਾਂ ਦੀ ਕਰਦੇ ਗੱਲ ਹੋ ਗਈ ਪੱਥਰ ਲੱਗਿਆ ਉਹਨੂੰ ਗੋਲੀਆਂ ਲੈ ਕੇ ਖਾਲਿਸਤਾਨ ਦੇ ਨਾਰੇ ਲਾ ਕੇ ਉਹਨੂੰ ਤੋੜ ਕੇ ਰਹਿ ਗਏ। ਇਸ ਕਰਕੇ ਇੰਨਾ ਅੰਦਰੇ ਪੱਧਰ ਤੇ ਜਿਹੜੇ ਤੇ ਮੈਂ ਸਮਝਦਾ ਅਸੀਂ ਕੁਝ ਨਹੀਂ ਕਰਨਾ ਉਹ ਉਸ ਨੌਜਵਾਨ ਨੂੰ ਤੇ ਜਿਹੜਾ ਵੀ ਕੋਈ ਹੋਰ ਵੀ ਹੋਊਗਾ ਉਹਨੂੰ ਵੀ ਕੋਸ਼ਿਸ਼ ਕਰਾਂਗੇ ਇਸ ਨੂੰ ਬਚਾਈਏ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਬੈਠੇ ਨੇ ਉਹ ਹਮੇਸ਼ਾ ਪੰਜਾਬੀਆਂ ਲਈ ਸਿੱਖਾਂ ਲਈ ਖੜੇ ਨੇ ਤੇ ਉਹ ਖੜੇ ਰਹਿਣਗੇ। ਉਹਨਾਂ ਨੂੰ ਪਤਾ ਵੀ ਮੈਂ ਕਿਸ ਤਰੀਕੇ ਨਾਲ ਇਹ ਕਾਨੂੰਨ ਲਾਗੂ ਹੋਇਆ ਹੈ ਫੈਡਰਲ ਸਿਸਟਮ ਜਿਹੜਾ ਵੀ ਦੇਸ਼ ਤੋਂ ਲਾਗੂ ਹੁੰਦਾ ਉਹ ਸਟੇਟਾਂ 'ਚ ਲਾਗੂ ਹੁੰਦਾ ਹੈ ਇਸ ਤੋਂ ਪਰ ਮੈਂ ਪੰਜਾਬ ਦੇ ਵਿੱਚ ਸੱਚੀ ਇੱਕ ਗੱਲ ਦਾ ਬਚਾਅ ਕਰਾਂ ਜੇ NIA ਛੁੱਟੀ ਲੈ ਗਈ ਤਾਂ ਫਿਰ ਸਾਡੇ ਦੇਸ਼ ਨਹੀਂ ਰਹਿਣਾ। ਫਿਰ ਇਸ ਗੱਲ ਦੇ ਲਈ ਜਿਹੜੀ ਆ ਉਹ NDA ਸਰਕਾਰ ਜ਼ਿੰਮੇਵਾਰ ਹੋਏਗੀ, ਇਹਦੇ ਅਸੀਂ ਜ਼ਿੰਮੇਵਾਰ ਹੋਣਗੇ। ਇੰਨੇ ਸ਼ਬਦਾਂ ਨਾਲ ਫਿਰ ਵਿਚਾਰ ਕਰਾਂਗੇ। ਬਟ ਇਹ ਕਾਨੂੰਨ ਬਹੁਤ ਸਖਤ ਆ, ਇਹ ਤੋਂ ਬਚੀਏ। ਜਥੇਦਾਰ ਸਾਹਿਬ ਅਪੀਲ ਕਰ ਦਿਓ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ, ਨੌਜਵਾਨਾਂ ਨੂੰ ਨਾ ਐ ਫਸਾਓ। ਜੇ ਇਹ ਨੌਜਵਾਨ ਮੈਂ ਦੱਸਦਾ ਲੜਾਈ ਕਿਵੇਂ ਸ਼ੁਰੂ ਹੁੰਦੀ ਹੈ, ਕਿਵੇਂ ਗੱਲ ਵੱਧਦੀ ਆ। ਜੇ ਇਹ ਨੌਜਵਾਨ ਨੇ ਜਿਹਨੇ ਪੱਥਰ ਤੋੜਿਆ ਸੀ, ਜੇ ਕੋਈ ਖੁਦਾ ਨਾ ਖਾਸਤਾ ਉਹਦੇ ਨਾਲ ਕੋਈ ਮਾਰ ਕੁੱਟ ਕਰ ਲੈਂਦਾ ਤੇ ਘੜਿਆਂ 'ਚ ਹੋ ਗਿਆ ਸੀ ਪਲੈਸ਼। ਐਸੇ ਤਰੀਕੇ ਨਾਲ ਫਿਰ ਅੱਗੇ ਉਹ ਜਿਹੜੀ ਗੱਲ ਆ ਉਹ ਵੱਧਦੀ ਆਪਸ ਵਿੱਚ ਦੁਸ਼ਮਣੀਆਂ ਦੀ ਹੋ ਜਾਂਦੀ ਆ ਤੇ ਫਿਰ ਜਿਹੜੇ ਆ ਉਹ ਜੱਥੇ ਅੱਗੇ ਗਰੁੱਪ ਅੱਗੇ ਜਿਹੜੇ ਆਪਸ ਵਿੱਚ ਫਿਰ ਉਹ ਲੜਨ ਲੱਗ ਜਾਂਦੇ ਆ। ਇਸ ਕਰਕੇ ਅਸੀਂ ਤਾਂ ਸਿਆਣਪ ਕੀਤੀ ਆਪਣੇ ਸਾਰੇ ਇਲਾਕੇ ਵਿੱਚ ਸ਼ਾਂਤੀ ਨਾਲ ਇਸ ਨੌਜਵਾਨ ਨੂੰ ਇੱਕ ਵਾਹ ਨਹੀਂ ਲੱਗਣੀ ਚਾਹੀਦੀ। ਪਰ ਇਸ ਗੱਲਾਂ ਨੂੰ ਰੋਕੋ, ਇਹ ਤੁਹਾਡੇ ਕੰਮ ਆ। ਤੁਸੀਂ ਇਹ ਅੱਗ ਲਾਈ ਹੈ